ਪਾਠ 9 ਅੱਖਾਂ ਵਿੱਚ ਸੁਪਨੇ ਲਟਕਣ ਦੇ। ਅੱਖਾਂ ਵਿੱਚ ਸੁਪਨੇ ਲਟਕਣ ਦੇ ਲੇਖ ਵਿੱਚ ਲੇਖਕ ਨੇ ਫਤਿਹ ਤੇ ਪ੍ਰੀਤਮ ਅਖਬਾਰ ਵਿੱਚ ਆਪਣੇ ਸੰਪਾਦਕ ਦੇ ਰੂਪ ਵਿੱਚ ਕੰਮ ਕਰਨ ਦਾ ਹਾਲ ਵਰਣਨ ਕੀਤਾ ਹੈ। ਉਹ ਦੱਸਦਾ ਹੈ ਕਿ ਕਿਸ ਤਰ੍ਹਾਂ ਇੱਕ ਅਨਾੜੀ ਸੰਪਾਦਕ ਤੋਂ ਉਹ ਤੇਜ਼ੀ ਨਾਲ ਲਿਖਣ ਵਾਲਾ ਸੰਪਾਦਕ ਬਣ ਗਿਆ। ਉਹ ਲਿਖਦਾ ਹੈ ਕਿ ਜਿਹੜਾ ਆਦਮੀ ਕਲਰਕੀ ਦੀ ਅਣਚਾਹੀ ਨੌਕਰੀ ਲਈ ਥਾਂ-ਥਾਂ ਭਟਕ ਰਿਹਾ ਹੋਵੇ ਤੇ ਉਸਦੀ ਧੁਰੰਦਰ-ਵਸੀ ਸੰਪਾਦਕ ਬਣਨ ਦੀ ਕਾਮਨਾ ਪੂਰੀ ਹੋ ਜਾਵੇ ਤਾਂ ਉਸ ਲਈ ਇਹ ਕਿਸੇ ਅਜੂਬੇ ਤੋਂ ਘੱਟ ਨਹੀਂ ਹੁੰਦਾ। ਫਤਿਹ ਪ੍ਰੀਤਮ ਵਿੱਚ ਸੰਪਾਦਕ ਦੀ ਨੌਕਰੀ ਮਿਲਣਾ ਲੇਖਕ ਲਈ ਇੱਕ ਵੱਡੀ ਪ੍ਰਾਪਤੀ ਸੀ। ਲੇਖਕ ਜਦੋਂ ਕਾਲਜ ਵਿੱਚ FA ਵਿੱਚ ਪੜ੍ਹਦਾ ਸੀ ਤਾਂ ਕਦੇ-ਕਦੇ ਪ੍ਰੀਤਮ ਵਿੱਚ ਉਹ ਆਪਣੀ ਕੋਈ ਕਵਿਤਾ ਛਪਣ ਲਈ ਭੇਜ ਦਿੰਦਾ ਸੀ। ਪਹਿਲੀ ਕਵਿਤਾ ਤਾਂ ਬਹੁਤ ਛੇਤੀ ਛਪ ਗਈ ਸੀ, ਪਰ ਦੂਜੀ ਜਾਂ ਤੀਜੀ ਲਈ ਕਾਫੀ ਉਡੀਕ ਕਰਨੀ ਪਈ। ਲੇਖਕ ਕਾਲੇ ਸੁਭਾਅ ਦਾ ਹੋਣ ਕਰਕੇ ਉਸਨੇ ਪ੍ਰੀਤਮ ਦੇ ਐਡੀਟਰ ਸਰਦਾਰ ਅਵਤਾਰ ਸਿੰਘ ਨੂੰ ਬੜੀ ਕੁਰਖਤ ਜਿਹੀ ਚਿੱਠੀ ਲਿਖੀ ਕਿ ਉਹ ਇੱਕ ਦਿਨ ਪ੍ਰੀਤਮ ਦਾ ਐਡੀਟਰ ਬਣ ਕੇ ਦਿਖਾਵੇਗਾ। ਭਲੇ ਵੇਲੇ ਗੱਲ ਮੂੰਹੋਂ ਨਿਕਲੀ ਸੀ ਕਿ ਲੇਖਕ ਦਾ ਇਹ ਸੁਪਨਾ 5-6 ਸਾਲਾਂ ਪਿੱਛੋਂ ਸਾਕਾਰ ਹੋ ਗਿਆ। ਲੇਖਕ ਦੇ ਅੰਦਰ ਐਡੀਟਰ ਬਣਨ ਦੀ ਚਾਹ ਸਦਾ ਸਮਾਈ ਸੀ। ਫਸਾਦਾਂ ਦੇ ਦਿਨਾਂ ਵਿੱਚ ਪਿੰਡੀ ਤੋਂ ਉੱਜੜ ਕੇ ਪਟਿਆਲੇ ਆ ਕੇ ਉਸਨੇ ਇੱਕ ਮਾਸਿਕ ਪੱਤਰ ਰੂਪ ਰੇਖਾ ਦਾ ਡਿਕਲੇਰੇਸ਼ਨ ਦਾਖਲ ਕਰ ਦਿੱਤਾ। ਪੈਸੇ ਕੋਲ ਨਾ ਹੋਣ ਦੇ ਬਾਵਜੂਦ ਵੀ ਉਹ ਉਤਸ਼ਾਹ ਵਿੱਚ ਸੀ। ਦਿੱਲੀ ਆ ਕੇ ਅੰਗਰੇਜ਼ੀ ਤੇ ਇੱਕ ਸਪਤਾਹਿਕ ਵਿੱਚ ਜਦੋਂ ਉਸਨੇ ਕੰਮ ਸ਼ੁਰੂ ਕੀਤਾ ਤਾਂ ਉਸਨੂੰ ਇੱਕ ਨਸ਼ਾ ਚੜਿਆ ਰਹਿਣ ਲੱਗਾ। ਉਹ ਪਰਚਾ ਬੰਦ ਹੋ ਗਿਆ ਤਾਂ ਜਦੋਂ ਲੇਖਕ ਨੂੰ ਕੋਈ ਨਵਾਂ ਪਰਚਾ ਨਿਕਲਣ ਦੀ ਸੂਹ ਮਿਲਦੀ ਤਾਂ ਨੱਠ ਭੱਜ ਸ਼ੁਰੂ ਕਰ ਦਿੰਦਾ। ਅਖਬਾਰ ਨਵੀਸੀ ਨਾਲ ਉਸਦੀਆਂ ਸਾਰੀਆਂ ਕਾਮਨਾਵਾਂ ਜੁੜੀਆਂ ਹੋਈਆਂ ਸਨ। ਇਹੋ ਕਾਰਨ ਸੀ ਕਿ ਉਹ ਕਿਸੇ ਹੋਰ ਨੌਕਰੀ ਤੇ ਨਾ ਟਿਕ ਸਕਿਆ। ਦਫ਼ਤਰ ਵਿੱਚ ਇੱਕ ਹੋਰ ਸੰਪਾਦਕ ਸਰਦਾਰ ਤਰਲੋਕ ਸਿੰਘ ਯਾਤਰੀ ਵੀ ਸੀ। ਉਸਦਾ ਕੰਮ ਫਤਿਹ ਤੇ ਪ੍ਰੀਤਮ ਅਖਬਾਰ ਲਈ ਦਿੱਲੀ, ਬੰਬਈ ਤੇ ਕਲਕੱਤੇ ਜਾ ਕੇ ਇਸ਼ਤਿਹਾਰ ਇਕੱਠੇ ਕਰਨ ਦਾ ਅਤੇ ਫਤਿਹ ਲਈ ਸੰਪਾਦਕੀ ਸਫ਼ਾ ਤਿਆਰ ਕਰਨ ਦਾ ਸੀ। ਲੇਖਕ ਦਾ ਕੰਮ ਦੋਹਾਂ ਪਰਚਿਆਂ ਲਈ ਬਾਕੀ ਮੈਟਰ ਤਿਆਰ ਕਰਨਾ ਸੀ। ਫਤਿਹ ਉੱਪਰ ਬਤੌਰ ਸੰਪਾਦਕ ਯਾਤਰੀ ਦਾ ਨਾਂ ਹੁੰਦਾ ਤੇ ਪ੍ਰੀਤਮ ਦੇ ਉੱਤੇ ਲੇਖਕ ਦਾ ਨਾਂ ਛਪਦਾ ਸੀ। ਮਗਰੋਂ ਯਾਤਰੀ ਨੌਕਰੀ ਛੱਡ ਗਿਆ ਤਾਂ ਲੇਖਕ ਫਤਿਹ ਦੀ ਸੰਪਾਦਕੀ ਵੀ ਲਿਖਣ ਲੱਗਾ ਤੇ ਦੋਹਾਂ ਪਰਚਿਆਂ ਤੇ ਲੇਖਕ ਦਾ ਹੀ ਨਾਂ ਜਾਣ ਲੱਗਾ। ਸੰਪਾਦਕ ਦੇ ਕੰਮਾਂ ਬਾਰੇ ਲੇਖਕ ਨੂੰ ਕੁਝ ਵੀ ਪਤਾ ਨਹੀਂ ਸੀ। ਉਹ ਸਮਝਦਾ ਸੀ ਕਿ ਸੰਪਾਦਕ ਦਾ ਕੰਮ ਲੇਖਕਾਂ ਦੇ ਆਏ ਲੇਖਾਂ, ਕਵਿਤਾਵਾਂ ਤੇ ਕਹਾਣੀਆਂ ਨੂੰ ਤਰਤੀਬ ਵਿੱਚ ਛਾਪ ਦੇਣਾ ਹੈ। ਜਿਹੜੇ ਮਜ਼ਮੂਨ ਤੇ ਹੋਰ ਸਮੱਗਰੀ ਆਪਣੇ ਆਪ ਆ ਜਾਂਦੀ ਹੈ ਉਹ ਸਾਹਿਤਕ ਪੱਖੋਂ ਮਿਆਰੀ ਨਹੀਂ ਸੀ ਹੁੰਦੀ। ਲੇਖ ਫਤਿਹ ਦੀ ਨੀਤੀ ਦੇ ਅਨੁਕੂਲ ਨਹੀਂ ਸਨ ਹੁੰਦੇ। ਜਿਹੜੇ ਲੇਖਕਾਂ ਦਾ ਨਾਂ ਹੁੰਦਾ ਸੀ ਉਹਨਾਂ ਕੋਲੋਂ ਕੁਝ ਪ੍ਰਾਪਤ ਕਰਨ ਲਈ ਤਰਲੇ ਕਰਨੇ ਪੈਂਦੇ ਸਨ ਜਾਂ ਮੁਆਵਜ਼ਾ ਮੰਗਦੇ ਸਨ, ਜੋ ਪੰਜਾਬੀ ਪੱਤਰਕਾਰੀ ਵਾਸਤੇ ਅਸੰਭਵ ਗੱਲ ਸੀ। ਫਤਿਹ ਵਾਸਤੇ ਜੋ ਸਮੱਗਰੀ ਲੋੜੀਂਦੀ ਸੀ ਉਹ ਪੰਜਾਬ ਜਾਂ ਸਿੱਖ ਰਾਜਨੀਤੀ ਨਾਲ ਸੰਬੰਧਿਤ ਹੋਣੀ ਚਾਹੀਦੀ ਸੀ। ਲੇਖਕ ਰਾਜਨੀਤੀ ਦਾ ਊੜਾ ਐੜਾ ਵੀ ਨਹੀਂ ਸੀ ਜਾਣਦਾ। ਇਸ ਲਈ 2-4 ਦਿਨਾਂ ਵਿੱਚ ਹੀ ਲੇਖਕ ਨੂੰ ਅਹਿਸਾਸ ਹੋ ਗਿਆ ਕਿ ਸੰਪਾਦਕ ਨੂੰ ਜੋ ਕੰਮ ਕਰਨੇ ਪੈਂਦੇ ਹਨ ਉਹ ਉਸਦੇ ਵੱਸ ਤੋਂ ਬਾਹਰ ਹਨ। ਕੰਮ ਜ਼ਿਆਦਾ ਹੋਣ ਕਰਕੇ ਲੇਖਕ ਸਾਰਾ ਦਿਨ ਜੁਟਿਆ ਰਹਿੰਦਾ। ਕਦੇ ਇਸ਼ਤਿਹਾਰ ਬਣਾਉਂਦਾ, ਕਦੀ ਅੰਗਰੇਜ਼ੀ ਤੋਂ ਪੰਜਾਬੀ ਵਿੱਚ ਅਨੁਵਾਦ ਕਰਦਾ, ਕਦੇ ਸਾਰੇ ਹਫ਼ਤੇ ਦੀਆਂ ਚੋਣਵੀਆਂ ਤੇ ਦਿਲਚਸਪ ਖਬਰਾਂ ਦਾ ਸਫ਼ਾ ਤਿਆਰ ਕਰ ਰਿਹਾ ਹੁੰਦਾ, ਕਦੀ ਉਰਦੂ, ਹਿੰਦੀ ਤੇ ਅੰਗਰੇਜ਼ੀ ਵਿੱਚੋਂ ਲੇਖ ਅਨੁਵਾਦ ਕਰ ਰਿਹਾ ਹੁੰਦਾ ਤੇ ਕਦੀ ਦੋਹਾਂ ਅਖਬਾਰਾਂ ਦੀ ਪ੍ਰੂਫ ਪੜ੍ਹ ਰਿਹਾ ਹੁੰਦਾ। ਤਜਰਬਾ ਨਾ ਹੋਣ ਕਰਕੇ ਉਸਨੂੰ ਬਹੁਤ ਮੁਸ਼ਕਿਲਾਂ ਆਉਂਦੀਆਂ। ਉਹ ਆਪ ਤਾਂ ਕਵਿਤਾ, ਕਹਾਣੀ ਤੇ ਇਕਾਂਗੀ ਹੀ ਲਿਖ ਸਕਦਾ ਸੀ। ਸਾਹਿਤਕ ਕੰਮ ਵਿੱਚ ਆਨੰਦ ਮਿਲਦਾ ਹੈ ਪਰ ਇੱਥੇ ਗੈਰ ਸਾਹਿਤਕ ਕੰਮ ਜ਼ਿਆਦਾ ਸੀ, ਇਸ ਲਈ ਉਹ ਘਬਰਾਉਂਦਾ ਸੀ। ਅਜੇ ਲੇਖਕ ਨੂੰ ਅਖਬਾਰ ਵਿੱਚ ਕੰਮ ਕਰਦਿਆਂ 4-5 ਦਿਨ ਹੀ ਹੋਏ ਸਨ ਕਿ ਨਾਰੰਗ ਸਾਹਿਬ ਨੇ ਉਸਨੂੰ ਕਿਸੇ ਪੱਖ ਦੇ ਮਾਮਲੇ ਤੇ ਫਤਿਹ ਦੇ ਅਗਲੇ ਅੰਕ ਲਈ ਮੁੱਖ ਲੇਖ ਲਿਖਣ ਲਈ ਕਿਹਾ। ਲੇਖਕ ਘਬਰਾ ਗਿਆ। ਉਸਦੀ ਦਿਲਚਸਪੀ ਨਾ ਹੋਣ ਕਰਕੇ ਉਸਨੇ ਕਦੇ ਸਿਆਸੀ ਲੇਖ ਲਿਖਿਆ ਹੀ ਨਹੀਂ ਸੀ। ਅਖਬਾਰ ਵੀ ਜੇ ਕਿਧਰੇ ਮਿਲ ਜਾਵੇ ਤਾਂ ਸਰਸਰੀ ਨਜ਼ਰਾਂ ਨਾਲ ਖਬਰਾਂ ਪੜ੍ਹ ਲੈਂਦਾ ਜਾਂ ਖਾਲੀ ਅਸਾਮੀਆਂ ਵਾਲੇ ਪੰਨੇ ਵਿੱਚ ਡੁੱਬ ਜਾਂਦਾ। ਲੇਖਕ ਇਸ ਮੁਸੀਬਤ ਵਿੱਚ ਫਸ ਗਿਆ ਕਿ ਉਹ ਕੀ ਲਿਖੇ ਤੇ ਕਿਸ ਵਿਸ਼ੇ ਤੇ ਲਿਖੇ। ਉਹ ਜਿਸ ਨੌਕਰੀ ਨੂੰ ਫੁੱਲਾਂ ਦੀ ਖੁਸ਼ਬੂ ਸਮਝ ਰਿਹਾ ਸੀ ਅੱਜ ਉਹ ਕੰਡਿਆਂ ਵਾਲੀ ਥੋਹਰ ਬਣ ਕੇ ਉਸਦੇ ਜਿਸਮ, ਚੇਤਨਾ ਤੇ ਸੋਚ ਨੂੰ ਅਖਰਨ ਲੱਗੀ। ਉਹ ਹਾਰ ਵੀ ਨਹੀਂ ਸੀ ਮੰਨਣੀ ਚਾਹੁੰਦਾ ਕਿਉਂਕਿ ਇਸ ਨਾਲ ਉਸਦੇ ਸੁਪਨੇ
ਟੁੱਟ ਜਾਣੇ ਸਨ। ਉਸਨੇ ਫੈਸਲਾ ਕੀਤਾ ਕਿ ਉਹ ਦਿਨ ਰਾਤ ਮਿਹਨਤ ਕਰੇਗਾ, ਖੂਬ ਪੜ੍ਹੇਗਾ ਤੇ ਲਿਖੇਗਾ, ਲਿਖ ਕੇ ਮੁੜ-ਮੁੜ ਸੋਧੇਗਾ। ਇਸ ਤਰ੍ਹਾਂ ਆਪੇ ਉਸਨੂੰ ਜਾਂਚ ਆ ਜਾਵੇਗੀ। ਮੁਸ਼ਕਿਲਾਂ ਵਿੱਚ ਪਰਮਾਤਮਾ ਨੇ ਲੇਖਕ ਦਾ ਬਹੁਤ ਸਾਥ ਦਿੱਤਾ ਹੈ। ਜੇ ਕਿਤੇ ਉਹ ਖਾਲੀ ਹੋ ਜਾਵੇ ਤਾਂ ਭਰਿਆ ਫੁਕੰਨਾ ਹੋ ਜਾਂਦਾ ਹੈ। ਤਾਂ ਵੀ ਲੇਖਕ ਦਾ ਪਰਮਾਤਮਾ ਵਿੱਚ ਵਿਸ਼ਵਾਸ ਇਕਸਾਰ ਨਹੀਂ ਰਹਿੰਦਾ। ਉਹ ਕਈ ਵਾਰ ਅਥਰੇ ਬਾਲਕ ਵਾਂਗ ਪਰਮਾਤਮਾ ਨਾਲ ਲੜ ਪੈਂਦਾ ਤੇ ਰੁੱਸ ਜਾਂਦਾ। ਲੇਖਕ ਦਾ ਅਖਬਾਰ ਸੰਪਾਦਨ ਕਰਨ ਦਾ ਮਨ ਚਾਹਿਆ ਕੰਮ ਉਸ ਲਈ ਅਜ਼ਾਬ ਬਣਦਾ ਜਾ ਰਿਹਾ ਸੀ। ਉਹ ਫਤਿਹ ਪ੍ਰੀਤਮ ਦੇ ਸਾਰੇ ਪੁਰਾਣੇ ਅੰਕ ਕੱਢ ਕੇ ਫੋਲਦਾ, ਘੋਖਦਾ ਤੇ ਸਮਝ ਕੇ ਲਿਖਣਾ ਲੋਚਦਾ ਸੀ, ਪਰ ਗੱਲ ਸਿਰੇ ਨਹੀਂ ਸੀ ਚੜ੍ਹਦੀ। ਦੀਵਾਲੀ ਦੀਆਂ 2 ਛੁੱਟੀਆਂ ਵਿੱਚ ਨਾਰੰਗ ਸਾਹਿਬ ਨੇ ਫਤਿਹ ਵਾਸਤੇ ਇੱਕ ਲੇਖ ਲਿਖ ਕੇ ਲਿਆਉਣ ਲਈ ਕਹਿ ਦਿੱਤਾ। ਲੇਖਕ ਨੂੰ ਲੱਗਾ ਜਿਵੇਂ ਦੀਵਾਲੀ ਦੀ ਥਾਂ ਕੋਈ ਆਫਤ ਆ ਗਈ ਹੋਵੇ। ਸ਼ਾਮੀ ਘਰ ਜਾਂਦਿਆਂ ਉਹ ਸੀਸ ਗੰਜ ਦੇ ਮੁੱਖ ਦੁਆਰ ਦੇ ਸਾਹਮਣੇ ਚੁੱਪ, ਬੇਵਸ ਤੇ ਉਦਾਸ ਖੜਾ ਹੋ ਗਿਆ। ਉਸਨੂੰ ਸ਼ਕਤੀ ਚਾਹੀਦੀ ਸੀ। ਕੁਝ ਚਿਰ ਖੜਾ ਰਹਿ ਕੇ ਉਹ ਘਰ ਵੱਲ ਤੁਰ ਪਿਆ। ਰਸਤੇ ਵਿੱਚ ਅਖਬਾਰਾਂ ਵੇਚਣ ਵਾਲਾ ਸੜਕ ਤੇ ਰਸਾਲੇ ਫੈਲਾਈ ਬੈਠਾ ਸੀ ਤਾਂ ਲੇਖਕ ਦੀ ਨਜ਼ਰ ਬਲਿਟਸ ਤੇ ਜਾ ਪਈ, ਜਿਸ ਵਿੱਚ ਪੰਡਿਤ ਨਹਿਰੂ ਦੀ ਅਮਰੀਕੀ ਯਾਤਰਾ ਬਾਰੇ ਮੁੱਖ ਲੇਖ ਸੀ। ਉਸਨੂੰ ਵਿਸ਼ਾ ਸੁੱਝ ਗਿਆ। ਉਹ ਬਲਿਟਸ ਤੋਂ ਇਲਾਵਾ ਹੋਰ ਖਬਰਾਂ ਦੇ ਰਸਾਲੇ ਖਰੀਦ ਕੇ ਘਰ ਵੱਲ ਤੁਰ ਪਿਆ। ਅਗਲੇ ਦਿਨ ਸਾਰੀ ਦਿਹਾੜੀ ਪੜ੍ਹ ਕੇ ਤੇ ਸੋਚ ਕੇ ਸਥਿਤੀ ਨੂੰ ਆਪਣੇ ਅੰਦਰ ਰਚਾ ਲਿਆ। ਦੂਜੇ ਦਿਨ ਸੋਚਦਾ ਰਿਹਾ ਤੇ ਲਿਖਦਾ ਰਿਹਾ। ਐਤਵਾਰ ਨੂੰ ਲੇਖ ਨੂੰ ਸੋਧ ਕੇ ਸ਼ਬਦਾਂ ਨੂੰ ਸਵਾਰ ਕੇ ਉਸਨੇ ਲੇਖ ਨੂੰ ਮੁੜ ਲਿਖ ਲਿਆ। ਸੋਮਵਾਰ ਦਫ਼ਤਰ ਜਾ ਕੇ ਉਸਨੇ ਲੇਖ ਨਾਰੰਗ ਸਾਹਿਬ ਨੂੰ ਦੇ ਦਿੱਤਾ। ਉਹ ਖੁਸ਼ ਹੋ ਗਏ ਤੇ ਲੇਖਕ ਦੀ ਪਤ ਰਹਿ ਗਈ ਸੀ। ਫਿਰ ਨਾਰੰਗ ਸਾਹਿਬ ਨੇ ਉਸਨੂੰ ਪ੍ਰੀਤਮ ਦੇ ਅਗਲੇ ਅੰਕ ਲਈ ਮੁੱਖ ਲੇਖ ਲਿਖਣ ਲਈ ਕਹਿ ਦਿੱਤਾ। ਲੇਖਕ ਜਿਸ ਬੋਝ ਹੇਠੋਂ ਨਿਕਲਿਆ ਸੀ, ਮੁੜ ਉਸੇ ਹੇਠ ਦੱਬਿਆ ਗਿਆ। ਉਹ ਫਿਰ ਸੀਸਗੰਜ ਦੇ ਮੁੱਖ ਦੁਆਰ ਅੱਗੇ ਚੁੱਪ, ਬੇਵਸ ਤੇ ਉਦਾਸ ਖੜਾ ਸੀ। ਤੀਜੇ ਦਿਨ ਉਸਨੂੰ ਇੱਕ ਵਿਸ਼ਾ ਸੁੱਝਿਆ, ਮਨੁੱਖਤਾ ਕਿਹੜੇ ਰਾਹਾਂ ਤੇ। ਇੱਕ ਦਿਨ ਇਸ ਬਾਰੇ ਸੋਚਦਾ ਰਿਹਾ ਤੇ ਦੂਸਰੇ ਦਿਨ ਪ੍ਰਵਾਹ ਵਾਂਗ ਲਿਖਿਆ ਗਿਆ। ਇਸ ਤੋਂ ਪਿੱਛੋਂ ਇੱਕ ਬੋਝ ਉਤਰਦਾ ਤੇ ਦੂਜਾ ਆ ਪੈਂਦਾ। ਹੌਲੀ-ਹੌਲੀ ਹੱਥ ਰਵਾ ਹੋ ਗਏ ਤੇ ਗੱਲਾਂ ਆਪਣੇ ਆਪ ਸੁੱਝਣ ਲੱਗੀਆਂ। ਫਤਿਹ ਤੇ ਪ੍ਰੀਤਮ ਵਿੱਚ ਲੇਖਕ ਨੇ ਬਹੁਤ ਕੁਝ ਸਿੱਖਿਆ। ਕੁਝ ਬੜੇ ਦਿਲਚਸਪ ਤੇ ਅਨੋਖੇ ਅਨੁਭਵ ਹੋਏ। ਇੱਕ ਵਾਰ ਗੁਰੂ ਨਾਨਕ ਦੇਵ ਜੀ ਦੇ ਜਨਮ ਉਤਸਵ ਤੇ ਵਿਸ਼ੇਸ਼ ਅੰਕ ਨਿਕਲਣਾ ਸੀ। ਵਿਸ਼ੇਸ਼ ਅੰਕ ਵਿੱਚ ਉੱਘੀਆਂ ਹਸਤੀਆਂ ਦੇ ਸੰਦੇਸ਼ ਦਿੱਤੇ ਜਾਂਦੇ ਸਨ। ਨੇਤਾਵਾਂ ਨੂੰ ਸੰਦੇਸ਼ ਭੇਜਣ ਲਈ ਬੇਨਤੀਆਂ ਕੀਤੀਆਂ ਜਾਂਦੀਆਂ। ਜਿਹੜੇ ਭੇਜ ਦਿੰਦੇ ਉਹਨਾਂ ਦੇ ਪੰਜਾਬੀ ਵਿੱਚ ਅਨੁਵਾਦ ਕਰਕੇ ਛਾਪ ਦਿੱਤੇ ਜਾਂਦੇ ਸਨ। ਜੋ ਕਿਸੇ ਕਾਰਨ ਨਾ ਭੇਜਣ, ਉਹਨਾਂ ਦੇ ਨਾਂ ਹੇਠ ਆਪ ਲਿਖ ਕੇ ਛਾਪ ਦਿੱਤੇ ਜਾਂਦੇ ਸਨ। ਲੇਖਕ ਦੱਸਦਾ ਹੈ ਕਿ ਜਦ ਉਹ ਅੰਗਰੇਜ਼ੀ ਦੇ ਸਪਤਾਹਿਕ ਵਿੱਚ ਕੰਮ ਕਰਦਾ ਸੀ ਤਾਂ ਉੱਥੇ ਵੀ ਇਸੇ ਤਰ੍ਹਾਂ ਹੀ ਹੋਇਆ ਸੀ। ਸਪਤਾਹਿਕ ਵਿੱਚ ਵਿਸ਼ੇਸ਼ ਅੰਕ ਨਿਕਲਦਾ ਸੀ। ਮੁੱਖ ਸੰਪਾਦਕ ਨੇ ਕਿਧਰੇ ਜਾਣਾ ਸੀ। ਉਹ ਜਾਂਦਾ ਹੋਇਆ ਲੇਖਕ ਨੂੰ ਕਹਿ ਗਿਆ ਕਿ ਜਦੋਂ ਸਹਾਇਕ ਸੰਪਾਦਕ ਆਵੇ ਤਾਂ ਉਸਨੂੰ ਕਹਿ ਦੇਵੇ ਕਿ ਉਹ ਨੇਤਾਵਾਂ ਦੇ ਸੰਦੇਸ਼ ਲੈ ਆਵੇ। ਅਸਲੀ ਗੱਲ ਉਹ ਲੇਖਕ ਤੋਂ ਛੁਪਾ ਗਿਆ ਸੀ। ਜਦੋਂ ਸਹਾਇਕ ਸੰਪਾਦਕ ਨੂੰ ਸੰਦੇਸ਼ ਲਿਆਉਣ ਦਾ ਸੁਨੇਹਾ ਲੇਖਕ ਨੇ ਦਿੱਤਾ ਤਾਂ ਉਹ ਹੱਸ ਪਿਆ। ਫਿਰ ਉਹ ਸ਼ਾਮ ਤੱਕ ਕੁਝ ਲਿਖਦਾ ਰਿਹਾ। ਜਦ ਉਸਨੇ ਕਾਗਜ਼ਾਂ ਦਾ ਥੱਬਾ ਲੇਖਕ ਦੇ ਹੱਥ ਫੜਾਉਂਦਿਆਂ ਕਿਹਾ ਕਿ ਉਹ ਇਹ ਸੰਦੇਸ਼ ਕੰਪੋਜ਼ ਕਰਨ ਵਾਸਤੇ ਦੇ ਦੇਵੇ ਤਾਂ ਲੇਖਕ ਨੇ ਹੈਰਾਨ ਹੋ ਕੇ ਪੁੱਛਿਆ ਕਿ ਉਹ ਗਿਆ ਤਾਂ ਕਿਧਰੇ ਵੀ ਨਹੀਂ, ਤਾਂ ਫਿਰ ਸੰਦੇਸ਼ ਕਿੱਥੋਂ ਆ ਗਏ। ਉਸਨੇ ਉੱਤਰ ਦਿੱਤਾ, ਇਹ ਬਸ ਇਸੇ ਤਰ੍ਹਾਂ ਹੀ ਲਿਖੇ ਜਾਂਦੇ ਹਨ। ਉਸਨੇ ਮੁਸਕਰਾਉਂਦਿਆਂ ਕਿਹਾ ਕਿ ਇਹਨਾਂ ਵਿੱਚੋਂ ਕਈਆਂ ਨੂੰ ਤਾਂ ਕਲਮ ਵੀ ਨਹੀਂ ਫੜਨੀ ਆਉਂਦੀ ਤੇ ਜਿਹੜੇ ਪੜ੍ਹੇ ਲਿਖੇ ਹਨ ਉਹਨਾਂ ਪਾਸ ਇਹੋ ਜਿਹੇ ਫਜ਼ੂਲ ਕੰਮਾਂ ਲਈ ਵੇਲ ਨਹੀਂ ਹੈ। ਲੇਖਕ ਨੂੰ ਫਤਿਹ ਦੇ ਗੁਰੂ ਨਾਨਕ ਦੇਵ ਵਿਸ਼ੇਸ਼ ਅੰਕ ਲਈ ਉਸਨੂੰ ਸੰਦੇਸ਼ ਲਿਖਣ ਲਈ ਕਿਹਾ ਗਿਆ ਸੀ। ਉਹ ਕਿਸੇ ਦੇ ਸੰਦੇਸ਼ ਕਿਵੇਂ ਲਿਖ ਸਕਦਾ ਸੀ? ਉਸਨੂੰ ਕਿਸੇ ਦੇ ਮਨ ਦੀ ਗੱਲ ਕਿਵੇਂ ਪਤਾ ਲੱਗ ਸਕਦੀ ਸੀ? ਕਿਉਂਕਿ ਉਹਨਾਂ ਨੇ ਲੋਕਾਂ ਨੂੰ ਸੇਧ ਦੇਣੀ ਹੁੰਦੀ ਹੈ, ਪਰ ਇਹ ਸੰਦੇਸ਼ ਲਿਖਣੇ ਉਸੇ ਨੇ ਹੀ ਸਨ, ਨੇਤਾਵਾਂ ਦੇ ਨਾਂ ਹੇਠਾਂ। ਜੇ ਕੋਈ ਗੱਲ ਕਿਸੇ ਨੇਤਾ ਦੇ ਨਾਂ ਹੇਠ ਛਪ ਜਾਂਦੀ ਤਾਂ ਉਹ ਪ੍ਰਸੰਨ ਹੋ ਜਾਂਦਾ। ਵੱਡੇ ਲੋਕ ਪ੍ਰਸੰਨ ਹੋ ਜਾਣ ਤਾਂ ਵਾਰੇ ਨਿਆਰੇ ਹੋ ਜਾਂਦੇ। ਲੱਛਮੀ ਮਿਹਰਬਾਨ ਹੋ ਜਾਂਦੀ। ਫਸਲ ਰੂਪ ਸਰਕਾਰ ਤੇ ਗੈਰ ਸਰਕਾਰੀ ਇਸ਼ਤਿਹਾਰ ਅਖਬਾਰ ਲਈ ਮਿਲਦੇ ਸਨ।
ਜੇ ਸੰਪਾਦਕ ਨੇਤਾ ਦੀ ਸ਼ਖਸੀਅਤ, ਸੋਚ ਤੇ ਵਿਚਾਰਧਾਰਾ ਦੇ ਅਨੁਕੂਲ ਸੰਦੇਸ਼ ਲਿਖੇ ਤਾਂ ਗੱਲ ਨਿਖਰ ਆਉਂਦੀ ਸੀ, ਪਰ ਕਦੇ-ਕਦੇ ਕਾਹਲ ਤੇ ਲਾਪਰਵਾਹੀ ਵਿੱਚ ਗੱਲ ਵਿਗੜ ਵੀ ਜਾਂਦੀ ਹੈ। ਲੇਖਕ ਨੇ ਗੁਰੂ ਨਾਨਕ ਦੇਵ ਵਿਸ਼ੇਸ਼ ਅੰਕ ਲਈ ਕੋਈ 20 ਵੰਨ-ਸੁਵੰਨੇ ਸੰਦੇਸ਼ ਤਿਆਰ ਕੀਤੇ। ਉਹਨਾਂ ਨੂੰ ਖਾਸ ਤਰਤੀਬ ਵਿੱਚ ਰੱਖ ਲਿਆ, ਪਰ ਉਹਨਾਂ ਉੱਪਰ ਸੰਦੇਸ਼ ਦੇਣ ਵਾਲਿਆਂ ਦੇ ਨਾਂ ਨਹੀਂ ਸਨ ਲਿਖੇ। ਤਬੀਅਤ ਖਰਾਬ ਹੋ ਜਾਣ ਕਰਕੇ ਲੇਖਕ 2 ਦਿਨ ਦਫ਼ਤਰ ਨਾ ਗਿਆ। ਨਾਰੰਗ ਸਾਹਿਬ ਨੇ 20 ਨਾਵਾਂ ਦੀ ਸੂਚੀ ਦਿੱਤੀ ਸੀ। ਕਲਰਕ ਨੇ ਸੂਚੀ ਅਨੁਸਾਰ ਨਾਂ ਲਿਖ ਕੇ ਸੰਦੇਸ਼ ਛਪਣ ਵਾਸਤੇ ਭੇਜ ਦਿੱਤੇ। ਇਸ ਗੱਲ ਵੱਲ ਕਿਸੇ ਨੇ ਧਿਆਨ ਹੀ ਨਾ ਦਿੱਤਾ ਕਿ ਸੰਦੇਸ਼ ਉਹਨਾਂ ਹਸਤੀਆਂ ਦੀ ਸ਼ਖਸੀਅਤ ਤੇ ਵਿਚਾਰਧਾਰਾ ਦੇ ਅਨੁਕੂਲ ਹੈ ਵੀ ਕਿ ਨਹੀਂ। ਪਰਚਾ ਛਪ ਗਿਆ। ਉਹਨਾਂ ਵਿੱਚ ਇੱਕ ਸੰਦੇਸ਼ ਪ੍ਰਸਿੱਧ ਫਿਲਮ ਪ੍ਰੋਡਿਊਸਰ, ਡਿਸਟਰੀਬਿਊਟਰ ਤੇ ਜਗਤ ਸਿਨੇਮਾ ਦੇ ਮਾਲਕ ਲਾਲਾ ਜਗਤ ਨਾਰਾਇਣ ਦਾ ਸੀ, ਜੋ ਨਾਰੰਗ ਸਾਹਿਬ ਦਾ ਨਿੱਘਾ ਦੋਸਤ ਸੀ। ਉਹ ਫਤਿਹ ਲਈ ਹਰ ਹਫ਼ਤੇ ਕੋਈ ਨਾ ਕੋਈ ਇਸ਼ਤਿਹਾਰ ਜ਼ਰੂਰ ਦਿੰਦਾ ਸੀ ਤੇ ਬਿੱਲ ਦਾ ਭੁਗਤਾਨ ਵੀ ਫੌਰਨ ਕਰ ਦਿੰਦਾ ਸੀ। ਦਫ਼ਤਰ ਦਾ ਇੱਕ ਜ਼ਿੰਮੇਵਾਰ ਬੰਦਾ ਲਾਲਾ ਜੀ ਕੋਲ ਭੇਜਿਆ ਕਿ ਉਹ ਉਹਨਾਂ ਦੇ ਨਾਂ ਹੇਠ ਛਪੇ ਸੰਦੇਸ਼ ਨੂੰ ਦਿਖਾਵੇ ਤੇ ਉਸ ਅੰਕ ਵਿੱਚ ਛਪੇ ਇਸ਼ਤਿਹਾਰ ਦੇ ਬਿੱਲ ਦਾ ਚੈੱਕ ਵੀ ਲੈ ਆਵੇ। ਲਾਲਾ ਜੀ ਕੱਟੜ ਸਨਾਤਨੀ ਸਨ। ਉਹਨਾਂ ਸੰਦੇਸ਼ ਪੜ੍ਹ ਕੇ ਸੁਣਾਉਣ ਲਈ ਕਿਹਾ। ਸੰਦੇਸ਼ ਵਿੱਚ ਗੁਰੂ ਨਾਨਕ ਦੇਵ ਜੀ ਵੱਲੋਂ ਜੰਝੂ ਪਹਿਨਣ ਦੇ ਕਰਮ ਕਾਂਡਾਂ ਨੂੰ ਫੋਕਾ ਪਾਖੰਡ ਦੱਸ ਕੇ ਨਿੰਦਿਆ ਗਿਆ ਸੀ। ਸੰਦੇਸ਼ ਸੁਣ ਕੇ ਲਾਲਾ ਜੀ ਗੁੱਸੇ ਵਿੱਚ ਆ ਗਏ ਤੇ ਬੋਲੇ ਕਿ ਉਹਨਾਂ ਦੇ ਮੂੰਹੋਂ ਉਹਨਾਂ ਦਾ ਹੀ ਮਜ਼ਾਕ ਕਰਵਾ ਦਿੱਤਾ। ਸੰਦੇਸ਼ ਸੁਣਾਉਣ ਵਾਲਾ ਦੁੰਬ ਦਬਾ ਕੇ ਦੌੜ ਆਇਆ। ਨਾਰੰਗ ਸਾਹਿਬ ਕਈ ਦਿਨ ਬੜੇ ਪਰੇਸ਼ਾਨ ਰਹੇ। ਕਈਆਂ ਨੂੰ ਆਪਣਾ ਨਾਂ ਅਖਬਾਰ ਵਿੱਚ ਛਪਦੇ ਰਹਿਣ ਦਾ ਬੜਾ ਸ਼ੌਂਕ ਹੁੰਦਾ ਸੀ, ਭਾਵੇਂ ਉਹਨਾਂ ਦੇ ਨਾਂ ਹੇਠ ਕੁਝ ਵੀ ਛਪ ਜਾਵੇ। ਇੱਕ ਖੱਦਰਤਾਰੀ ਬਜ਼ੁਰਗ ਜੋ ਆਪਣੇ ਆਪ ਨੂੰ ਕੀਰਤੀ ਨਗਰ ਦੀ ਕਾਂਗਰਸ ਕਮੇਟੀ ਦਾ ਪ੍ਰਧਾਨ ਦੱਸਿਆ ਕਰਦਾ ਸੀ, ਹਰ ਹਫ਼ਤੇ ਲੇਖਕ ਕੋਲ ਆ ਕੇ ਕਹਿੰਦਾ ਕਿ ਉਹ ਹਰ ਅੰਕ ਵਿੱਚ ਉਸ ਬਾਰੇ ਕੁਝ ਨਾ ਕੁਝ ਛਾਪਦੇ ਰਿਹਾ ਕਰਨ। ਹੋਰ ਨਹੀਂ ਤਾਂ ਇੱਕ ਹੀ ਖਬਰ ਦੇ ਦਿਆ ਕਰਨ ਕਿ ਉਸਨੇ ਆਪਣੇ ਇਲਾਕੇ ਵਿੱਚ ਸਫਾਈ ਹਫ਼ਤਾ ਮਨਾਇਆ ਤੇ ਆਪਣੇ ਹੱਥੀਂ ਗਲੀ ਦੀ ਸਫਾਈ ਕੀਤੀ। ਲੇਖਕ ਨੇ ਮਜ਼ਾਕ ਨਾਲ ਕਿਹਾ ਕਿ ਝਾੜੂ ਫੇਰ ਕੇ ਗਲੀ ਦੀ ਸਫਾਈ ਕਰ ਦਿਓ ਤਾਂ ਜੋ ਖਬਰ ਅੱਧੀ ਪਚੱਧੀ ਸੱਚੀ ਵੀ ਹੋਵੇ। ਉਸਨੇ ਕਿਹਾ ਕਿ ਉਸਨੇ ਗਲੀ ਵਿੱਚ ਸਫਾਈ ਕਰਦੇ ਤੇ ਝਾੜੂ ਫੇਰਦੇ ਦੀ ਫੋਟੋ ਖਿਚਵਾ ਕੇ ਆਪਣੇ ਕੋਲ ਰੱਖੀ ਹੈ, ਜੋ ਉਹ ਲਿਆ ਕੇ ਦਿਖਾਵੇਗਾ। ਇੱਕ ਦਿਨ ਉਹ ਫੋਟੋ ਲੈ ਆਇਆ ਤੇ ਉਸਦੀ ਖਾਹਿਸ਼ ਸੀ ਕਿ ਉਸਦੀ ਫੋਟੋ ਮੁੱਖ ਪੰਨੇ ਤੇ ਛਪੇ। ਜਦੋਂ ਕਦੇ ਕੋਈ ਵਿਸ਼ੇਸ਼ ਅੰਕ ਨਿਕਲਦਾ ਤਾਂ ਉਹ ਤਰਲੇ ਕਰਦਾ ਕਿ ਉਸਦੇ ਨਾਂ ਹੇਠ ਸੰਦੇਸ਼ ਜ਼ਰੂਰ ਛਪੇ। ਕੁਝ ਲਿਖਾਰੀ ਵੀ ਨੇਤਾ ਕਿਸਮ ਦੇ ਸਨ। ਉਹ ਚਾਹੁੰਦੇ ਸਨ ਕਿ ਉਹਨਾਂ ਦਾ ਫਤਿਹ ਤੇ ਪ੍ਰੀਤਮ ਵਿੱਚ ਕੁਝ ਨਾ ਕੁਝ ਚੰਗਾ ਮੰਦਾ ਛਪਦਾ ਰਹੇ ਤੇ ਉਹ ਲੋਕਾਂ ਦੇ ਸਾਹਮਣੇ ਆਉਂਦੇ ਰਹਿਣ। ਇੱਕ ਕਵੀ ਚਾਹੁੰਦਾ ਸੀ ਕਿ ਉਸਦੀ ਕਵਿਤਾ ਪ੍ਰੀਤਮ ਵਿੱਚ ਸੰਪਾਦਕੀ ਦੇ ਬਾਅਦ ਪਹਿਲੇ ਸਫ਼ਿਆਂ ਤੇ ਛਾਪੀ ਜਾਵੇ। ਨਾ ਛਪਣ ਤੇ ਉਸਨੇ ਲੇਖਕ ਨੂੰ ਬਹੁਤ ਡਰਾਵੇ ਤੇ ਧਮਕੀਆਂ ਦਿੱਤੀਆਂ। ਉਸਨੇ ਆਪਣੇ ਦੋਸਤਾਂ ਨੂੰ ਨਾਲ ਲੈ ਕੇ ਉਸਦਾ ਰਾਹ ਵੀ ਰੋਕਿਆ, ਪਰ ਲੇਖਕ ਨਿਡਰਤਾ ਨਾਲ ਉਹਨਾਂ ਨੂੰ ਘੂਰਦਾ ਹੋਇਆ ਕੋਲੋਂ ਦੀ ਲੰਘ ਗਿਆ ਤੇ ਉਹ ਹੈਰਾਨ ਹੋ ਕੇ ਦੇਖਦਾ ਰਹਿ ਗਿਆ। ਲੇਖਕ ਸਦਾ ਆਪਣੀ ਜ਼ਮੀਰ ਦੀ ਆਵਾਜ਼ ਅਨੁਸਾਰ ਚੱਲਦਾ ਰਿਹਾ। ਕੁਝ ਲੇਖਕ ਆਪਣਾ ਨਾਂ ਪ੍ਰੀਤਮ ਦੇ ਆਨਰੇਰੀ ਸੰਪਾਦਕ ਦੇ ਤੌਰ ਤੇ ਲਿਖਵਾਉਣ ਵਾਸਤੇ ਗੇੜੇ ਕੱਢਦੇ ਰਹਿੰਦੇ। ਉਹ ਨਾਰੰਗ ਸਾਹਿਬ ਨੂੰ ਸਬਜ਼ ਬਾਗ ਦਿਖਾਉਂਦੇ ਰਹਿੰਦੇ ਕਿ ਉਹਨਾਂ ਦਾ ਨਾਂ ਪਰਚੇ ਤੇ ਜਾਣ ਨਾਲ ਪਰਚੇ ਦਾ ਮਾਣ ਵਧੇਗਾ। ਅਜਿਹੇ ਲੋਕ ਲੇਖਕ ਨੂੰ ਸਾਹਿਤਕ ਠੱਗ ਜਾਪਦੇ। ਪ੍ਰੀਤਮ ਉੱਤੇ ਕੁਝ ਸਮੇਂ ਲਈ ਅਜਿਹੇ ਆਨਰੇਰੀ ਸੰਪਾਦਕਾਂ ਦਾ ਨਾਂ ਛਪਦੇ ਰਹੇ, ਜਿਨ੍ਹਾਂ ਦੀ ਸ਼ਕਲ ਲੇਖਕ ਨੇ ਕਦੇ ਵੀ ਨਹੀਂ ਸੀ ਦੇਖੀ ਤੇ ਨਾ ਹੀ ਉਹਨਾਂ ਦੇ ਕਦੀ ਇੱਕ ਸਤਰ ਹੀ ਲਿਖੀ ਸੀ। ਜਦੋਂ ਯਾਤਰੀ ਫਤਿਹ ਨੂੰ ਛੱਡ ਗਿਆ ਤਾਂ ਲੇਖਕ ਉੱਤੇ ਦੋਹਾਂ ਅਖਬਾਰਾਂ ਦਾ ਬੋਝ ਆ ਪਿਆ। ਉਸਨੂੰ ਫਤਿਹ ਲਈ ਸੰਪਾਦਕੀ ਨੋਟ ਵੀ ਲਿਖਣੇ ਪੈਂਦੇ। ਸੰਪਾਦਕੀ ਲਿਖਣ ਵੇਲੇ ਉਹ ਸਦਾ ਤਣਾਅ ਵਿੱਚ ਰਹਿੰਦਾ, ਕਿਉਂਕਿ ਰਾਜਨੀਤੀ ਵਿੱਚ ਉਸਦੀ ਉੱਕੀ ਦਿਲਚਸਪੀ ਨਹੀਂ ਸੀ। ਕਈ ਵਾਰ ਸੰਪਾਦਕੀ ਲਿਖਣ ਵਿੱਚ ਦੇਰ ਹੋ ਜਾਂਦੀ ਤਾਂ ਕੰਪੋਜ਼ਿਟਰ ਆਪ ਕਾਗਜ਼ ਲੈਣ ਆ ਜਾਂਦਾ। ਚੰਨਣ ਸਿੰਘ ਕੰਪੋਜ਼ਿਟਰ ਕਿਹਾ ਕਰਦਾ ਸੀ, ਜੋ ਅਵਤਾਰ ਸਿੰਘ ਆਜ਼ਾਦ ਕੋਲ ਲਿਖਣ ਦੀ ਮੁਹਾਰਤ ਸੀ, ਉਹ ਕਿਸੇ ਕੋਲ ਵੀ ਨਹੀਂ ਹੈ। ਲਾਹੌਰ ਉਸਨੇ ਉਸ ਨਾਲ ਕੰਮ ਕੀਤਾ ਸੀ। ਉਹ ਲਿਖੀ ਜਾਂਦਾ ਤੇ ਉਹ ਉੱਪਰੋਂ ਕਾਗਜ਼ ਫੜ ਕੇ ਕੰਪੋਜ਼ ਕਰੀ ਜਾਂਦੇ। ਇਹ ਸੁਣ ਕੇ ਲੇਖਕ ਹੈਰਾਨ ਰਹਿ ਜਾਂਦਾ ਕਿ ਉਹ ਤਾਂ ਕਈ ਵਾਰ ਸੋਧ ਕੇ ਕੱਟ ਵੱਢ ਕੇ ਲਿਖਦਾ ਹੈ। ਸਮਾਂ ਬੀਤਦਾ ਗਿਆ। ਫਿਰ ਉਹ ਦਿਨ ਵੀ ਆ ਗਿਆ ਜਦੋਂ ਲੇਖਕ ਦੇ ਹੱਥ ਵੀ ਰਵਾ ਹੋ ਗਏ
ਕਲਮ ਫੜਦਾ ਤਾਂ ਪ੍ਰਵਾਹ ਵਾਂਗ ਵਹਿਣ ਲੱਗਦੀ। ਇਸ ਤਰ੍ਹਾਂ ਫਤਿਹ ਤੇ ਪ੍ਰੀਤਮ ਵਿੱਚ ਰਹਿ ਕੇ ਲੇਖਕ ਨੇ ਬਹੁਤ ਕੁਝ ਸਿੱਖਿਆ, ਅਨੁਭਵ ਕੀਤਾ ਤੇ ਸਥਿਤੀਆਂ ਨੂੰ ਸਮਝਿਆ। ਉਸਦਾ ਮਾਨਸਿਕ ਵਿਕਾਸ ਹੋਇਆ ਤੇ ਉਸਦੇ ਵਿਚਾਰਾਂ ਨੂੰ ਸੇਧ ਮਿਲੀ। ਇੱਕ ਵਾਰ ਜਦੋਂ ਪਾਕਿਸਤਾਨ ਨਾਲ ਸੰਬੰਧ ਵਿਗੜਨ ਲੱਗੇ ਤਾਂ ਲੇਖਕ ਨੇ ਤਿਆਰ ਰਹਿਣ ਦੀ ਲੋੜ ਮੁੱਖ ਸੰਪਾਦਕੀ ਲਿਖਿਆ। ਚੜ੍ਹਦੀ ਜਵਾਨੀ ਸੀ, ਇਸ ਲਈ ਉਸ ਵਿੱਚ ਬੜਾ ਜੋਸ਼ ਸੀ ਤੇ ਉਹ ਭੜਕੀਲਾ ਸੀ। ਜਦ ਉਸਦੇ ਦੋਸਤ ਮਨਮੋਹਨ ਸਿੰਘ ਨੇ ਸਮਝਾਇਆ ਕਿ ਉਹ ਜੰਗ ਦੀ ਨਹੀਂ, ਅਮਨ ਦੀ ਪ੍ਰੇਰਨਾ ਦਿੰਦੇ ਤਾਂ ਗੱਲ ਜ਼ਿਆਦਾ ਭਾਵਪੂਰਤ ਬਣਦੀ। ਲੜਾਈ ਵਿੱਚ ਕਈ ਬੇਦੋਸ਼ੇ ਲੋਕ ਮਾਰੇ ਜਾਂਦੇ ਤੇ ਮੁਲਕ ਤਬਾਹ ਹੋ ਜਾਂਦੇ ਹਨ। ਲੇਖਕ ਨੂੰ ਜਦੋਂ ਇਸ ਗੱਲ ਦਾ ਅਹਿਸਾਸ ਹੋਇਆ ਤਾਂ ਉਸਨੂੰ ਬਹੁਤ ਸ਼ਰਮ ਮਹਿਸੂਸ ਹੋਈ। ਮਨਮੋਹਨ ਸਿੰਘ ਲੇਖਕ ਤੋਂ ਪਹਿਲਾਂ ਫਤਿਹ ਤੇ ਪ੍ਰੀਤਮ ਵਿੱਚ ਕੰਮ ਕਰ ਚੁੱਕਾ ਸੀ। ਉਹ ਸਮਾਜਵਾਦੀ ਵਿਚਾਰਧਾਰਾ ਰੱਖਦਾ ਸੀ। ਲੇਖਕ ਉਸ ਤੋਂ ਬਹੁਤ ਪ੍ਰਭਾਵਿਤ ਸੀ ਤੇ ਉਹ ਉਸਦਾ ਰਹਿਨੁਮਾ ਸੀ। ਇੱਕ ਵਾਰੀ ਬਜਟ ਤੇ ਸੰਪਾਦਕੀ ਲਿਖਣਾ ਸੀ। ਅਚਾਨਕ ਮਨਮੋਹਨ ਸਿੰਘ ਮਿਲ ਪਿਆ ਤੇ ਬਜਟ ਬਾਰੇ ਗੱਲ ਚੱਲ ਪਈ। ਉਹ ਬਹੁਤ ਸੁਲਝਿਆ ਹੋਇਆ ਸੀ। ਉਸਨੇ ਦੱਸਿਆ ਕਿ ਜਿਹੜੇ ਟੈਕਸ ਰੋਜ਼ਾਨਾ ਲੋੜ ਦੀਆਂ ਚੀਜ਼ਾਂ ਤੇ ਲੱਗਣ, ਉਹ ਲੋਕ ਵਿਰੋਧੀ ਹੁੰਦੇ ਨੇ। ਉਸ ਸਾਲ ਹੋਰ ਚੀਜ਼ਾਂ ਤੋਂ ਇਲਾਵਾ ਦੀਆਂ ਸਿਲਾਈ ਤੇ ਟੈਕਸ ਲੱਗਾ ਸੀ। ਉਸ ਤੋਂ ਸੰਪਾਦਕੀ ਲਿਖਣ ਲਈ ਦਿਸ਼ਾ ਮਿਲ ਗਈ। ਫਤਿਹ ਪ੍ਰੀਤਮ ਵਿੱਚ ਲੇਖਕ ਲਿਖਦਾ ਲਿਖਦਾ ਥੱਕ ਜਾਂਦਾ ਸੀ। ਕੋਈ ਮੌਲਿਕ ਸਾਹਿਤਕ ਰਚਨਾ ਲਿਖਣ ਵਾਸਤੇ ਉਸ ਕੋਲ ਸਮਾਂ ਨਹੀਂ ਸੀ ਰਿਹਾ। ਉਸਨੂੰ ਆਪਣੀ ਪਛਾਣ ਕਦੀ-ਕਦੀ ਕਿਸੇ ਸਤਰ ਵਿੱਚ ਝਲਕਦੀ ਦਿਸਦੀ, ਕਦੇ-ਕਦੇ ਪੈਰੇ ਜਾਂ ਲੇਖ ਵਿੱਚ ਉਹ ਆਪਣੇ ਆਪ ਨਾਲ ਪੂਰੀ ਤਰ੍ਹਾਂ ਜੁੜਿਆ ਹੁੰਦਾ ਮਹਿਸੂਸ ਕਰਦਾ। ਉਂਝ ਉਸਨੂੰ ਇਸ ਤਰ੍ਹਾਂ ਲੱਗਦਾ ਜਿਵੇਂ ਉਹ ਤੇ ਉਸਦੀ ਕਲਮ ਇੱਕ ਦੂਜੇ ਤੋਂ ਵੱਖਰੀਆਂ ਚੀਜ਼ਾਂ ਹੋਣ।